सतगुरां दा एक बचन है, जाको मुश्किल अत बनै, ढोई कोई ना दे, लागू होए दुश्मना साक भी भज खले। भज्जो सभै आसरा, चूकै सब असराओ, चित आवै ओस पार ब्रह्म, ता लगे ना ताती वाओ। गुरसिख प्यारिओ, ਜਦੋਂ ਆਪਾਂ ਆਪਣੇ ਜੀਵਨ ਨੂੰ ਥੋੜਾ ਜਿਹਾ ਧਿਆਨ ਨਾਲ ਦੇਖਾਂਗੇ ਤੇ ਸਮੱਸਿਆਵਾਂ ਦੇਖੋ ਬਹੁਤ ਨੇ, ਦਿੱਕਤਾਂ ਬਹੁਤ ਨੇ, ਪਰੇਸ਼ਾਨੀਆਂ ਬਹੁਤ ਨੇ। ਕੁਝ ਸਮੱਸਿਆਵਾਂ ਐਸੀਆਂ ਨੇ ਜਿਨ੍ਹਾਂ ਦਾ ਹੱਲ ਹੈ ਤੇ ਕੁਝ ਸਮੱਸਿਆ ਐਸੀਆਂ ਵੀ ਨੇ ਜਿਨ੍ਹਾਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ। ਸਮੱਸਿਆ ਉਹਨਾਂ ਸਮਾਂ ਸਮੱਸਿਆ ਨਹੀਂ ਹੁੰਦੀ ਜਿੰਨਾ ਸਮਾਂ ਤੁਸੀਂ ਉਹਨੂੰ ਆਪਣੇ ਤੇ ਭਾਰੂ ਨਹੀਂ ਹੋਣ ਦਿੰਦੇ। ਸਮੱਸਿਆ ਉਦੋਂ ਵਿਕਰਾਲ ਬਣ ਜਾਂਦੀ ਹੈ ਜਦੋਂ ਤੁਹਾਡੇ ਤੇ ਭਾਰੂ ਹੋ ਜਾਂਦੀ ਹੈ। ਹੁਣ ਭਾਰੂ ਕੈਸੇ ਹੁੰਦੀ ਹੈ? ਦੇਖੋ, ਦੋ ਸ਼ਬਦ ਨੇ, ਇੱਕ ਹੈ ਪ੍ਰਸਥਿਤੀ ਤੇ ਇੱਕ ਹੈ ਮਨ ਸਥਿਤੀ। ਜਿਹੜੀਆਂ ਪ੍ਰਸਥਿਤੀਆਂ ਨੇ ਕਰੀਬਨ ਸਾਡੇ ਲਈ ਸਾਰਿਆਂ ਲਈ ਇੱਕੋ ਜਿਹੀਆਂ ਹੁੰਦੀਆਂ ਨੇ, ਕਿਉਂਕਿ ਸਾਡਾ ਸਰੀਰ ਪੰਜ ਤੱਤਾਂ ਦਾ ਹੈ, ਸਾਰਿਆਂ ਦੇ ਪੰਜ ਤੱਤਾਂ ਦਾ ਹੈ। ਦੁੱਖ, ਤਕਲੀਫਾਂ, ਚਿੰਤਾ, ਝੋਰੇ, ਵਿਆਧੀਆਂ ਕਰੀਬਨ ਸਾਡੇ ਸਾਰਿਆਂ ਦੀਆਂ ਇੱਕੋ ਜਿਹੀਆਂ ਨੇ। ਸਰਦੀ, ਗਰਮੀ ਸਾਡੇ ਲਈ ਇੱਕੋ ਜਿਹੀ ਹੈ, ਰੁੱਤਾਂ ਸਾਡੇ ਲਈ ਇੱਕੋ ਜਿਹੀਆਂ ਨੇ, ਸਭ ਦੇ ਲਈ ਇੱਕੋ ਜਿਹੀਆਂ ਨੇ। ਬਾਹਰ ਦੇ ਪ੍ਰਭਾਵ ਜਿਹੜੇ ਨੇ ਉਹ ਸਾਡੇ ਸਾਰਿਆਂ ਲਈ ਇੱਕੋ ਜਿਹੇ ਨੇ। ਮੌਸਮ ਬਦਲਦਾ ਹੈ ਤਾਂ ਸਾਰਿਆਂ ਲਈ ਬਦਲਦਾ ਹੈ। ਕੋਈ ਪ੍ਰਾਕ੍ਰਿਤਿਕ ਆਪਦਾ ਹੁੰਦੀ ਹੈ ਤੇ ਸਾਰਿਆਂ ਲਈ ਹੁੰਦੀ ਹੈ। ਸਾਰਿਆਂ ਤੋਂ ਮੁਰਾਦ ਕਿਸੇ ਇੱਕ ਵਿਸ਼ੇਸ਼ ਕਿੱਤੇ ਤੋਂ ਵੀ ਕਹਿ ਸਕਦੇ ਆਪਾਂ। ਪਰ ਗੁਰਮੁਖ ਪਿਆਰਿਓ, ਜਦੋਂ ਦਿੱਕਤ ਆਉਂਦੀ ਹੈ ਉਹ ਬੇਸ਼ੱਕ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ, ਪਰ ਉਹਦਾ ਸਾਡੇ ਮਨ ਤੇ ਪ੍ਰਭਾਵ ਵੱਖੋ ਵੱਖਰਾ ਹੁੰਦਾ ਹੈ। ਉਹ ਕਿਹਦੇ ਤੇ ਡਿਪੈਂਡ ਕਰਦਾ ਹੈ? ਉਹ ਮਨ ਸਥਿਤੀ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਮਨ ਦੀ ਸਥਿਤੀ ਕੈਸੀ ਹੈ। ਗੁਰੂ ਸਾਹਿਬ ਕਹਿੰਦੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ। ਜਿੰਨਾ ਮਨ ਸਥਿਰ ਹੋਏਗਾ, ਜਿੰਨਾ ਮਨ ਅਡੋਲ ਹੋਏਗਾ, ਜਿੰਨਾ ਮਨ ਟਿਕਿਆ ਹੋਏਗਾ, ਉਹਨਾਂ ਬਾਹਰ ਦੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਉਹ ਤੁਹਾਡੇ ਤੇ ਪ੍ਰਭਾਵ ਘੱਟ ਪਾਉਣਗੀਆਂ। ਤੇ ਜਿੰਨਾ ਮਨ ਅਸਥਿਰ ਹੋਏਗਾ, ਜਿੰਨਾ ਮਨ ਡੋਲਦਾ ਹੋਏਗਾ, ਸ਼ੰਕਿਆਂ 'ਚ ਹੋਏਗਾ, ਭੈ 'ਚ ਹੋਏਗਾ, ਡਰ 'ਚ ਹੋਏਗਾ, ਉਤਨੀ ਬਾਹਰ ਦੀ ਪ੍ਰਸਥਿਤੀ ਜਿਹੜੀ ਉਹ ਤੁਹਾਡੇ ਤੇ ਹਾਵੀ ਹੁੰਦੀ ਜਾਏਗੀ, ਭਾਰੂ ਹੁੰਦੀ ਜਾਏਗੀ। ਤੇ ਜੈਸੇ ਜੈਸੇ ਉਹ ਤੁਹਾਡੇ ਤੇ ਭਾਰੂ ਹੋਏਗੀ, ਸਮੱਸਿਆ ਵਿਕਰਾਲ ਰੂਪ ਧਾਰਨ ਕਰ ਲਏਗੀ। ਛੋਟੀ ਤੋਂ ਛੋਟੀ ਸਮੱਸਿਆ ਜਿਹੜੀ ਹੈ ਉਹ ਵੀ ਤੁਹਾਡੇ ਲਈ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ ਜੇਕਰ ਤੁਸੀਂ ਅੰਦਰੋਂ ਸਥਿਰ ਨਹੀਂ ਹੋ, ਅੰਦਰੋਂ ਟਿਕੇ ਹੋਏ ਨਹੀਂ। ਮੈਂ ਇੱਕ ਉਦਾਹਰਨ ਦਿੱਤੀ ਸੀ ਜਨਕ ਦੀ। ਜਨਕ ਦੇ ਪਾਸ ਇੱਕ ਵਿਅਕਤੀ ਜਾਂਦਾ ਹੈ ਤੇ ਜਨਕ ਨੂੰ ਜਾ ਕੇ ਕਹਿੰਦਾ ਹੈ ਕਿ ਮੈਂ ਨਹੀਂ ਮੰਨਦਾ ਵੀ ਤੁਸੀਂ ਰਾਜੇ ਵੀ ਹੋ, ਤੁਸੀਂ ਜੋਗੀ ਵੀ ਹੋ, ਲੋਕ ਤੁਹਾਨੂੰ ਰਾਜਾ ਜੋਗੀ ਕਹਿੰਦੇ ਨੇ। ਤੇ ਜਨਕ ਨੇ ਉਸ ਨੂੰ ਦੇਖਿਆ, ਉਹਦੇ ਮਨੋਭਾਵ ਪੜ੍ਹੇ। ਜਨਕ ਸਮਝ ਗਿਆ ਵੀ ਇਹਨੂੰ ਸ਼ਬਦਾਂ ਨਾਲ, ਬੋਲਾਂ ਨਾਲ, ਗੱਲਾਂ ਨਾਲ ਸਮਝਾਵਾਂਗਾ ਇਹ ਸਮਝੇਗਾ ਨਹੀਂ। ਜਨਕ ਨੇ ਉਹਨੂੰ ਕਿਹਾ ਵੀ ਕੁਝ ਸਮਾਂ ਤੂੰ ਮੇਰੇ ਕੋਲ ਰਹਿ, ਮੇਰੇ ਪਾਸ ਰਹਿ, ਔਰ ਤੁਹਾਨੂੰ ਇਸ ਗੱਲ ਦੀ ਸਮਝ ਪੈਗੀ ਕੈਸੇ ਰਾਜ, ਕੈਸੇ ਜੋਗ। ਉਹ ਕੁਝ ਵਕਤ ਜਨਕ ਦੇ ਪਾਸ ਰਿਹਾ। ਇੱਕ ਦਿਨ ਜਨਕ ਉਸ ਨੂੰ ਬਾਹਰ ਲੈ ਗਿਆ ਇਸ਼ਨਾਨ ਵਾਸਤੇ। ਨੇੜਲੀ ਨਦੀ ਜਾ ਕੇ ਇਸ਼ਨਾਨ ਕਰਦੇ ਸੀ ਪਏ ਤੇ ਇਹਨੇ ਨੂੰ ਮਹਿਲ 'ਚ ਇੱਕ ਵਿਅਕਤੀ ਆਉਂਦਾ ਹੈ ਤੇ ਆ ਕੇ ਜਨਕ ਨੂੰ ਕਹਿੰਦਾ ਕਿ ਮਹਿਲ 'ਚ ਅੱਗ ਲੱਗ ਗਈ ਹੈ, ਅੱਗ ਲੱਗ ਗਈ ਹੈ। ਹੁਣ ਜੈਸੇ ਹੀ ਉਹ ਵਿਅਕਤੀ ਗੱਲ ਸੁਣਦਾ ਹੈ, ਉਹੀ ਗੱਲ ਜਨਕ ਵੀ ਸੁਣਦਾ ਹੈ। ਗੱਲ ਇੱਕੋ ਹੀ ਹੈ, ਪਰਿਸਥਿਤੀ ਇੱਕੋ ਹੀ ਹੈ, ਅੱਗ ਲੱਗੀ ਹੈ, ਪਰ ਉਹਨਾਂ ਦੋਨਾਂ ਤੇ ਪ੍ਰਭਾਵ ਉਸ ਦਾ ਵੱਖੋ ਵੱਖਰਾ ਪੈਂਦਾ ਹੈ। ਜੈਸੇ ਉਹ ਸੁਣਦਾ ਹੈ, ਫਟਾਫਟ ਪੁੱਛਦਾ ਵੀ ਕਿਹੜੇ ਪਾਸੇ ਲੱਗੀ ਅੱਗ।
ਤੇ ਅੱਗੋਂ ਜਵਾਬ ਮਿਲਦਾ ਕਿ ਜਿਹੜਾ ਜਿੱਧਰ ਤੁਹਾਨੂੰ ਕਮਰਾ ਦਿੱਤਾ ਹੋਇਆ ਸੀ ਨਾ ਉਧਰ ਹੀ ਲੱਗੀ ਹੈ। ਉਹ ਛਾਲ ਮਾਰ ਕੇ ਪਾਣੀ ਚੋਂ ਬਾਹਰ ਆ ਜਾਂਦਾ ਹੈ। ਕਹਿੰਦਾ ਮੇਰਾ ਤੇ ਇੱਕ ਅੱਧਾ ਵਸਤਰ ਸੀ, ਉਹ ਵੀ ਉੱਥੇ ਹੀ ਪਿਆ ਸੀ, ਉਹ ਵੀ ਸੜ ਗਿਆ ਹੋਣਾ। ਹੁਣ ਦੇਖੋ, ਅੱਗ ਲੱਗੀ ਹੈ, ਜਨਕ ਦੇ ਮਹਿਲ ਨੂੰ ਲੱਗੀ ਹੈ, ਔਰ ਜਨਕ ਦੇ ਲਈ ਜ਼ਿਆਦਾ ਦੁਖਦਾਈ ਹੈ, ਜ਼ਿਆਦਾ ਵੱਡੀ ਸਮੱਸਿਆ ਹੈ, ਜ਼ਿਆਦਾ ਦਿੱਕਤ ਹੈ। ਦੂਸਰੇ ਬੰਦੇ ਲਈ ਘੱਟ ਹੈ, ਪਰ ਫਿਰ ਵੀ ਜਨਕ ਤੇ ਉਹਦਾ ਉਤਨਾ ਪ੍ਰਭਾਵ ਨਹੀਂ ਪਿਆ ਜਿਤਨਾ ਦੂਜੇ ਬੰਦੇ ਤੇ ਪੈ ਗਿਆ। ਮੇਰੇ ਕਹਿਣ ਦਾ ਅਰਥ ਕੀ ਹੈ ਕਿ ਕਈ ਵਾਰੀ ਸਾਡਾ ਸਾਰਿਆਂ ਦਾ ਦੁੱਖ ਜਾਂ 2 ਬੰਦਿਆਂ ਦਾ ਦੁੱਖ, 3 ਬੰਦਿਆਂ ਦਾ ਦੁੱਖ ਸਾਂਝਾ ਹੁੰਦਾ ਹੈ, ਪਰ ਸਾਡੀ ਮਨ ਸਥਿਤੀ ਦੇ ਕਾਰਨ ਉਸ ਦੁੱਖ ਦਾ ਪ੍ਰਭਾਵ ਵੱਖੋ ਵੱਖਰਾ ਹੁੰਦਾ ਹੈ। ਕਿਸੇ ਤੇ ਜ਼ਿਆਦਾ ਗਹਿਰੇ ਹੋ ਜਾਂਦਾ ਹੈ, ਕਿਸੇ ਤੇ ਉਤਨਾ ਪ੍ਰਭਾਵ ਨਹੀਂ ਪਾਉਂਦਾ। ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਮਨ ਸਥਿਤੀ ਕੈਸੀ ਹੈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ। ਜਿੰਨਾ ਤੁਹਾਡਾ ਮਨ ਥਿਰ ਹੋਏਗਾ, ਜਿੰਨਾ ਤੁਸੀਂ ਸਹਿਜ ਹੋਗੇ, ਜਿੰਨਾ ਟਿਕਾਓ ਚ ਹੋਗੇ, ਉਹਨਾਂ ਤੁਹਾਡੇ ਲਈ ਸਮੱਸਿਆ ਨਾ ਰਹਿ ਕੇ ਤੁਸੀਂ ਉਸ ਸਮੱਸਿਆ ਦਾ ਛੇਤੀ ਤੋਂ ਛੇਤੀ ਹੱਲ ਕੱਢ ਸਕਦੇ। ਪਰ ਜਿਹੜਾ ਬੰਦਾ ਅਸਥਿਰ ਹੈ, ਟਿਕਾਓ ਚ ਨਹੀਂ ਹੈਗਾ, ਜਿਹਦੇ ਅੰਦਰ ਉਸਨੇ ਇੱਕਦਮ ਉਸ ਨੂੰ ਵਿਚਲਿਤ ਕਰ ਦਿੱਤਾ, ਸੁਣਦਿਆਂ ਸਾਰ ਉਹ ਦੁੱਖ ਨਾਲ ਭਰ ਗਿਆ, ਕਲੇਸ਼ ਨਾਲ ਭਰ ਗਿਆ, ਭੈ ਨਾਲ ਭਰ ਗਿਆ, ਉਹਦੇ ਲਈ ਉਹ ਸਮੱਸਿਆ ਹੋਰ ਵੀ ਜ਼ਿਆਦਾ ਵਿਕਰਾਲ ਹੋ ਜਾਏਗੀ ਔਰ ਉਹ ਛੇਤੀ ਕਰਕੇ ਉਸ ਸਮੱਸਿਆ ਦਾ ਹੱਲ ਨਹੀਂ ਕਰ ਪਾਏਗਾ। ਹੁਣ ਗੁਰੂ ਕੀ ਕਰਦਾ ਹੈ? ਪਾਤਸ਼ਾਹ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ, ਕਿ ਜਦੋਂ ਸਾਡੇ ਤੇ ਬਹੁਤ ਵੱਡੀ ਮੁਸ਼ਕਲ ਬਣ ਜਾਂਦੀ ਹੈ, ਬਹੁਤ ਵੱਡੀ ਦਿੱਕਤ ਬਣ ਜਾਂਦੀ ਹੈ, ਬਹੁਤ ਵੱਡੀ ਪਰੇਸ਼ਾਨੀ ਬਣ ਜਾਂਦੀ ਹੈ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਫਿਰ ਕੋਈ ਸਹਾਰਾ ਨਹੀਂ ਦਿੰਦਾ। ਸਾਰੇ ਸਹਾਰੇ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਔਰ ਜਦੋਂ ਸਹਾਰੇ ਟੁੱਟਦੇ ਨੇ ਬੰਦਾ ਅੰਦਰੋਂ ਟੁੱਟਦਾ ਸ਼ੁਰੂ ਹੋ ਜਾਂਦਾ। ਤੇ ਮੈਂ ਹੁਣੇ ਬੇਨਤੀ ਕੀਤੀ ਸੀ ਕਿ ਜਿੰਨਾ ਤੁਸੀਂ ਅੰਦਰੋਂ ਟੁੱਟੋਗੇ ਓਨਾ ਹੀ ਤੁਹਾਡੀ ਸਮੱਸਿਆ ਤੁਹਾਡੇ ਲਈ ਹੋਰ ਜ਼ਿਆਦਾ ਵੱਡੀ ਬਣ ਜਾਏਗੀ। ਜਿੰਨਾ ਤੁਸੀਂ ਅੰਦਰੋਂ ਸਥਿਰ ਰਹੋਗੇ, ਜਿੰਨਾ ਤੁਸੀਂ ਅੰਦਰੋਂ ਸਟਰੋਂਗ ਬਣੋਗੇ, ਓਨਾ ਹੀ ਤੁਹਾਡੇ ਲਈ ਉਹ ਸਮੱਸਿਆ ਘਟਦੀ ਜਾਏਗੀ। ਹੁਣ ਗੁਰੂ ਕੀ ਕਰਦਾ ਹੈ? ਗੁਰੂ ਦਇਆ ਕਰਦਾ ਹੈ, ਗੁਰੂ ਬਖਸ਼ਿਸ਼ ਕਰਦਾ ਹੈ, ਔਰ ਤੁਹਾਨੂੰ ਅੰਦਰ ਦੀ ਅਡੋਲਤਾ ਬਖਸ਼ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਭਾਈ ਸਾਹਿਬ ਜੀ ਨੇ ਦੋਨਾਂ ਦਾ ਜ਼ਿਕਰ ਕੀਤਾ ਹੈ, ਉਸ ਵਿਅਕਤੀ ਦਾ ਜਿਹੜਾ ਵਿਅਕਤੀ ਸਥਿਰ ਹੈ ਉਹਦਾ ਵੀ ਜ਼ਿਕਰ ਕੀਤਾ ਹੈ, ਤੇ ਉਸ ਵਿਅਕਤੀ ਦਾ ਜਿਹੜਾ ਬੰਦਾ ਅਸਥਿਰ ਹੈ, ਜਿਹੜਾ ਬੰਦਾ ਵਿਚਲਿਤ ਹੋ ਜਾਂਦਾ ਹੈ, ਜਿਹਨੂੰ ਅੰਦਰ ਦਾ ਟਿਕਾਓ ਅਜੇ ਪ੍ਰਾਪਤ ਨਹੀਂ ਹੋਇਆ, ਉਹਦਾ ਵੀ ਜ਼ਿਕਰ ਕੀਤਾ ਹੈ। ਕਵਿਤ ਹੈ ਭਾਈ ਸਾਹਿਬ ਦਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਜੈਸੇ ਕਰਤਾਸ ਗਰਜਾਤ ਜਲ ਬੂੰਦ ਭਰੀ, ਕਹਿੰਦੇ ਕਾਗਜ਼ ਹੈ, ਉਹਦੇ ਤੇ 2 ਬੂੰਦਾਂ ਜੇਕਰ ਜਲ ਦੀਆਂ ਪਾ ਦਿਓ ਕਾਗਜ਼ ਗਲ ਜਾਏਗਾ, ਪਰ ਜੇਕਰ ਉਸੇ ਕਾਗਜ਼ ਨੂੰ ਤੁਸੀਂ ਉਹਦੇ ਤੇ ਘਿਓ ਦਾ ਲੇਪਣ ਕਰ ਦਿਓ ਤੇ 2 ਬੂੰਦਾਂ 4 ਬੂੰਦਾਂ ਕੀ 10 ਬੂੰਦਾਂ ਤੁਸੀਂ ਉਸ ਤੇ ਪਾਓਗੇ ਤੇ ਉਹ ਕਾਗਜ਼ ਜਿਹੜਾ ਹੈ ਗਲੇਗਾ ਨਹੀਂ। ਜੈਸੇ ਕਰਤਾਸ ਗਰ ਜਾਤ ਜਲ ਬੂੰਦ ਭਰੀ, ਕ੍ਰਿਤ ਸੰਬੰਧ ਜਲ ਮਦ ਸਾਵਧਾਨ ਹੈ। ਦੂਜੀ ਉਦਾਹਰਨ ਚ ਭਾਈ ਸਾਹਿਬ ਜੀ ਕਹਿੰਦੇ ਜੈਸੇ ਕੋਟ ਭਾਰ ਤੂਲ ਤਨਕ ਚਨਕ ਜਰੈ, ਕਹਿੰਦੇ ਭਾਵੇਂ ਕਈ ਮਣ ਰੂੰ ਹੋਵੇ, ਉਹ ਰੂੰ ਚ ਜੇਕਰ ਤੁਸੀਂ ਇੱਕ ਚਿੰਗਾੜੀ ਵੀ ਸਿੱਟ ਦਿੰਦੇ ਹੋ ਤੇ ਉਹ ਇੱਕ ਚਿਨਗ ਜਿਹੜੀ ਹੈ ਉਹ ਕਈ ਮਣ, ਕਈ ਹਜ਼ਾਰਾਂ ਮਣ ਰੂੰ ਨੂੰ ਸਾੜ ਕੇ ਸਵਾਹ ਕਰ ਦੇਗੀ। ਪਰ ਜੇਕਰ ਤੁਸੀਂ ਉਸੇ ਰੂੰ ਚੋਂ ਥੋੜਾ ਜਿਹਾ ਰੂੰ ਲੈ ਲਓ ਤੇ ਉਹਦਾ ਸੰਬੰਧ ਤੇਲ ਨਾਲ ਬਣਾ ਦਿਓ, ਉਹਨੂੰ ਤੁਸੀਂ ਦੀਪਕ 'ਚ ਰੱਖਦੇ ਹੋ ਤੇ ਉਹਦੇ 'ਚ ਤੇਲ ਪਾ ਦਿੰਦੇ ਹੋ ਤੇ ਉਹ ਥੋੜਾ ਜਿਹਾ ਰੂਹ ਜਿਹੜਾ ਹੈ ਉਹ ਵੀ ਨਹੀਂ ਸੜਦਾ। ਤੀਜੀ ਉਦਾਹਰਨ 'ਚ ਭਾਈ ਸਾਹਿਬ ਜੀ ਕਹਿੰਦੇ ਜੈਸੇ ਲੋਹਾ ਬੂੜ ਜਾਤ ਸਲਲ ਮੈਂ ਡਾਰਤ ਹੀ, ਕਹਿੰਦੇ ਲੋਹਾ ਜਿਹੜਾ ਹੈ ਨਾ, ਜੇਕਰ ਉਹਨੂੰ ਤੁਸੀਂ ਪਾਣੀ 'ਚ ਸਿੱਟ ਦਿਓ ਤੇ ਪਾਣੀ ਸਿੱਟਦਿਆਂ ਸਾਰ ਉਹ ਡੁੱਬ ਜਾਂਦਾ ਹੈ ਪਾਣੀ 'ਚ।
पर जेकर उसे लोहे का संबंध तुसी लकड़ नाल बना देंदे हो, वो लोहा फिर डुबेगा नहीं पानी च। जैसे लोहा बूढ़ जात सलल में डारत ही, काष्ट प्रसंग गंग सार ना मान है। तीन उदाहरणा दित्तियां ने, और इन्हां तीन उदाहरणा च भाई साहब जी ने जिक्र किया ओदा जिहड़ा गुरु नाल जुड़ गया ते ओदा जिहड़ा गुरु नाल अजे जुड़िया नहीं। कागज है, आम कागज है, जेकर उहदे ते तुसीं दो बूंदा भी पानी दियां सिੱਟਦੇ हो गल जांदा है, पर जेकर उस कागज का संबंध तुसीं घिओ नाल बना दिंदे हो तो कागज गलदा नहीं। बिल्कुल इसे प्रकार वो व्यक्ति जिहड़ा व्यक्ति गुरु नाल जुड़ गया उन्होंने टिकाऊ मिल गया, मन की स्थिरता मिल गई। गुरु ने असल सच्चाई उसनूं दस दित्ती कि कुछ घटनावां कुछ समस्यावां ऐसियां हुंदियां ने जिन्हां दा तुहाडे कोल मेरे कोल हल नहीं हुंदा। उन्हां नूं हुक्म रजाई चलना नानक लिखिया नाल, ते कुछ समस्यावां ऐसियां हुंदियां ने जिन्हां दा हल है, पर उहदे लई तुहानूं उन्हां दा हल कढण लई टिकाऊ चाहिए, स्थिरता चाहिए। जिन्ना बंदा अंदरों टिका होएगा उन्ना वो छेती समस्या का हल करेगा। जिहड़े बंदे कोल स्थिरता नहीं, टिकाऊ नहीं, वो तो समस्या नूं होर वधा लैंदा है, हल होना तो बड़ी दूर की गल है। सतगुरु जी कहते पर्वत मैरान जड़ा ना लखां तूफान आउण तो फिर भी टस तो मस नहीं, क्योंकि उहदे कोल स्थिरता है। अनेकां तूफान आउंदे ने फिर भी टिकिया रहिंदा है। झक्खड़ वाव ना डोलई पर्वत मैरान। इसे तरह जिस बंदे का संबंध गुरु नाल बन जाता है, अनेकां समस्यावां दे तूफान आउंदे ने, भयंकर तो भयंकर परिस्थितियां का सामना वो करता है, पर वो बिल्कुल स्थिर रहिंदा है, टिकिया रहिंदा है। तूफान आउंदे ने, उहदे नेड़ियों उहदे नालों उहदे उपरों गुजरदे ने, पर वो पर्वत मैरान की तरह टिकिया रहिंदा है। जिहड़ा जुड़ गया उस कागज की तरह है जिन्हों लेपन कर दिता गया है, गलेगा नहीं। पर जिहड़ा नहीं जुड़िया गुरु नाल गुरमुख प्यारिओ, वो फिर छेती गल जाता है कागज की तरह। जैसे कोट भार तूल तनक चिनक जरै रूह सड़ जाएगा, पर जेकर उहदा संबंध तुसीं तेल नाल बना दिता है तो रूह सड़ेगा नहीं, थोड़ा जिहा रूह नहीं सड़दा। इसे तरह जिहड़े बंदे का संबंध गुरु नाल बन गया, दिक्कतां परेशानियां उहदा वाल भी विंगा नहीं कर सकदी। और तीसरी उदाहरण च भाई साहब जी कहंदे वो लोहा डुब जाएगा जिहड़े लोहे का संबंध लकड़ नाल नहीं बनिया, वो बंदा डुब जाएगा जिहदा संबंध गुरु नाल नहीं बनिया। जिहदा संबंध गुरु नाल बन गया वो बिल्कुल वैसा ही है जैसे लोहे का संबंध लकड़ नाल बन गया। हुण पानी डोब नहीं पाएगा उसमें। जैसे लोहा बूढ़ जात सलल में डारती, काष्ट प्रसंग गंग सागर ना मान है। अखीर च भाई साहब जी कहते जो तत्त की गल है, जो सार की गल है, भाई साहब जी कहते तैसे जमकाल ब्याल सगल संसार ग्रस है, सतगुर भेटत दासन दासान है। कहते पूरा संसार कागज की तरह गल जाता है, पूरा संसार रूह की तरह सड़ जाता है, पूरा संसार लोहे की तरह डुब जाता है। पर जिन्हां दा संबंध गुरु नाल बन गया उसे संसार च रहिंदे ने, और उसे संसार च रह के वो डुबदे नहीं। उसे संसार च रहिंदे ने पर वो गलदे नहीं, उसे संसार च रहिंदे ने सड़दे नहीं। भाव उन्हां कोल वो जुगती, वो ढंग, वो तरीका, वो विधि आ जाती है जिसनों गुरु साहब कहते मन रे थिर रहो। मन टिक गया, स्थिर हो गया, मत कत जाही जीव।
ਤੋ ਤੁਹਾਡੀ ਬਾਹਰ ਦੀ ਪ੍ਰਸਥਿਤੀ ਤੁਹਾਡੇ ਤੇ ਤਾਂ ਪ੍ਰਭਾਵ ਪਾਏਗੀ ਜੇਕਰ ਤੁਹਾਡੀ ਮਨ ਸਥਿਤੀ ਕਮਜ਼ੋਰ ਹੈ। ਅਗਰ ਤੁਹਾਡੀ ਮਨ ਸਥਿਤੀ ਸਟਰੋਂਗ ਹੈਗੀ ਹੈ ਤਾਂ ਫਿਰ ਤੁਹਾਡੀ ਬਾਹਰ ਦੀ ਪ੍ਰਸਥਿਤੀ ਜਿਹੜੀ ਹੈ ਤੁਹਾਨੂੰ ਉਹਨਾਂ ਪ੍ਰਭਾਵਿਤ ਨਹੀਂ ਕਰੇਗਾ। ਥੋੜਾ ਬਹੁਤਾ ਪ੍ਰਭਾਵ ਤੇ ਦੇਖੋ ਹੁੰਦਾ ਹੈ, ਅਸੀਂ ਸਾਰੇ ਮਨੁੱਖ ਹਾਂ, ਤੋ ਦੁੱਖ ਤਕਲੀਫਾਂ, ਲਾਭ, ਹਾਨ, ਨੁਕਸਾਨ ਥੋੜਾ ਬਹੁਤਾ ਤੇ ਕੁਦਰਤੀ ਹੈ। ਪਰ ਉਹ ਦਿੱਕਤਾਂ, ਉਹ ਪਰੇਸ਼ਾਨੀਆਂ ਜਿਹੜੀਆਂ ਤੁਹਾਨੂੰ ਡਿਪਰੈਸ਼ਨ 'ਚ ਲੈ ਕੇ ਚਲੀਆਂ ਜਾਂਦੀਆਂ ਨੇ, ਕਈ ਦਿਨ ਤੁਸੀਂ ਬੋਲਦੇ ਨਹੀਂ ਚੰਗੀ ਤਰ੍ਹਾਂ, ਕਈ ਦਿਨ ਤੁਸੀਂ ਖਾਂਦੇ ਨਹੀਂ ਚੰਗੀ ਤਰ੍ਹਾਂ, ਕਈ ਦਿਨ ਤੁਸੀਂ ਸੌਂਦੇ ਨਹੀਂ ਚੰਗੀ ਤਰ੍ਹਾਂ, ਉਹ ਦਿੱਕਤਾਂ ਵਾ, ਉਹ ਸਮੱਸਿਆਵਾਂ ਜਿਹੜੀਆਂ ਤੁਹਾਡੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਖੋਹ ਲੈਂਦੀਆਂ ਨੇ। ਕਈ ਦਿਨ ਬੰਦਾ ਸ਼ੋਕ ਦੇ ਅੰਦਰ, ਦੁੱਖ ਦੇ ਅੰਦਰ ਡੁੱਬਾ ਰਹਿੰਦਾ ਹੈ ਔਰ ਉਹਨੂੰ ਵਾਪਸੀ ਕਰਦਿਆਂ ਕਈ ਮਹੀਨੇ, ਕਈ ਵਾਰੀ ਸਾਲ ਵੀ ਲੱਗ ਜਾਂਦਾ ਹੈ। ਕਈ ਵਾਰ ਐਸਾ ਵੀ ਹੁੰਦਾ ਹੈ ਜੇਕਰ ਮਨ ਸਥਿਤੀ ਠੀਕ ਨਹੀਂ ਹੈਗੀ ਤੇ ਕਈ ਵਾਰੀ ਉਹ ਵਾਪਸ ਪਰਤਦਾ ਹੀ ਨਹੀਂ। ਪਰ ਜੇਕਰ ਤੁਹਾਡੀ ਮਨ ਸਥਿਤੀ ਠੀਕ ਹੈ, ਮਨ ਰੇ ਥਿਰ ਰਹੋ, ਸਥਿਰ ਹੋ, ਟਿਕਾਓ 'ਚ ਹੋ, ਸ਼ਾਂਤ ਹੋ, ਸਹਿਜ 'ਚ ਹੋ, ਤੇ ਬਾਹਰ ਦੀਆਂ ਪ੍ਰਸਥਿਤੀਆਂ ਸਾਡੀਆਂ ਸਾਰਿਆਂ ਲਈ ਇੱਕੋ ਜਿਹੀਆਂ ਹੁੰਦੀਆਂ। ਬਸ ਥੋੜਾ ਜਿਹਾ ਆਪਣੇ ਅੰਦਰ ਨੂੰ ਸਥਿਰ ਕਰਨਾ ਹੈ। ਇਹ ਸਥਿਰਤਾ ਬਿਨਾਂ ਗੁਰੂ ਤੋਂ, ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਨਹੀਂ ਪ੍ਰਾਪਤ ਹੁੰਦੀ। ਇਸੇ ਕਰਕੇ ਨਿਤਨੇਮ ਦੋਨੋਂ ਵਕਤ ਬਣਾਓ। ਨਿਤਨੇਮ ਨਹੀਂ ਛੱਡਣਾ, ਸੰਗਤ ਨਹੀਂ ਛੱਡਣੀ। ਕੋਸ਼ਿਸ਼ ਕਰੋ ਸੰਗਤ ਰੂਟੀਨ ਵਿੱਚ ਕੀਤੀ ਜਾਏ। ਇੱਕ ਸਮਾਂ ਨਿਸ਼ਚਿਤ ਕਰ ਲਓ ਪੱਕਾ ਸੰਗਤ ਵਾਸਤੇ। ਸਹਿਜ ਪਾਠ ਜ਼ਰੂਰ ਕਰੋ। ਇਹਦੇ ਨਾਲ ਕੀ ਹੋਏਗਾ? ਤੁਹਾਨੂੰ ਸਥਿਰਤਾ ਮਿਲੇਗੀ। ਗੁਰ ਕਾ ਸ਼ਬਦ ਮਨੈ ਅਸਥੰਭਨ। ਗੁਰੂ ਦਾ ਸ਼ਬਦ ਜਿਹੜਾ ਹੈ ਉਹ ਥੰਬ ਦਾ ਕੰਮ ਕਰਦਾ ਹੈ, ਪਿੱਲਰ ਦਾ ਕੰਮ ਕਰਦਾ ਹੈ। ਜੈਸੇ ਪਿੱਲਰ ਜਿਹੜਾ ਨਾ ਛੱਤ ਨੂੰ ਰੋਕ ਕੇ ਰੱਖਦਾ, ਲੈਂਟਰ ਨੂੰ ਰੋਕ ਕੇ ਰੱਖਦਾ ਨਾ, ਡਿੱਗਣ ਨਹੀਂ ਦਿੰਦਾ। ਇਸੇ ਤਰ੍ਹਾਂ ਹੀ ਗੁਰੂ ਦਾ ਸ਼ਬਦ ਤੁਹਾਨੂੰ ਢਹਿੰਦੀ ਕਲਾ 'ਚ ਨਹੀਂ ਜਾਣ ਦਿੰਦਾ, ਡਿੱਗਣ ਨਹੀਂ ਦਿੰਦਾ, ਡੋਲਣ ਨਹੀਂ ਦਿੰਦਾ। ਤੁਹਾਡੀ ਮਨ ਸਥਿਤੀ ਜਿਹੜੀ ਹੈ ਉਹਨੂੰ ਸਥਿਰ ਕਰਕੇ ਰੱਖਦਾ ਹੈ। ਮਨ ਰੇ ਥਿਰ ਰਹੋ। ਗੁਰ ਕਾ ਸ਼ਬਦ ਮਨੈ ਅਸਥੰਭਨ, ਜੋ ਮੰਦਰ ਕੋ ਥੰਬੈ ਥੰਬਨ। ਗੁਰੂ ਦੇ ਸ਼ਬਦ ਨੇ ਹੀ ਅਸਲ ਮਾਇਨਿਆਂ ਦੇ ਅੰਦਰ ਤੁਹਾਨੂੰ ਇਹ ਕਲਾ, ਇਹ ਜੁਗਤੀ, ਇਹ ਢੰਗ ਦੇਣਾ ਹੈ ਕਿ ਕਿਵੇਂ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਕੀਤਾ ਜਾਏ। ਅਗਰ ਤੁਸੀਂ ਥੋੜਾ ਜਿਹਾ ਗਹਿਰੇ 'ਚ ਜਾਓਗੇ ਤੇ ਹਰੇਕ ਸਮੱਸਿਆ ਦਾ ਹੱਲ ਤੁਹਾਡੇ ਕੋਲ ਹੀ ਹੈ, ਤੁਹਾਡੇ ਅੰਦਰ ਹੀ ਹੈ। ਆਪਾਂ ਬਾਹਰ ਦੌੜਦੇ ਹਾਂ, ਫਲਾਣੇ ਕੋਲ, ਫਲਾਣੇ ਸਿਆਣੇ ਕੋਲ, ਫਲਾਣੇ ਬਾਬੇ ਕੋਲ, ਫਲਾਣੇ ਜੋਤਸ਼ੀ ਕੋਲ, ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਨਹੀਂ, ਤੁਹਾਡੀ ਸਮੱਸਿਆ ਇਸੇ ਕਰਕੇ ਉਹਦਾ ਹੱਲ ਵੀ ਤੁਸੀਂ ਵੀ ਕਰਨਾ ਹੈ, ਕਿਸੇ ਹੋਰ ਨੇ ਨਹੀਂ ਕਰਨਾ। ਆਪਣੀ ਸਮੱਸਿਆ ਨੂੰ ਸੁਲਝਾਉਣਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਗੁਰੂ ਦੀ ਟੇਕ, ਗੁਰੂ ਦਾ ਸਹਾਰਾ, ਗੁਰੂ ਦਾ ਆਸਰਾ ਲੈ ਕੇ ਤੁਸੀਂ ਹਰੇਕ ਸਮੱਸਿਆ ਦਾ ਹੱਲ ਕਰ ਸਕਦੇ ਹੋ। ਔਰ ਜੇਕਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੇ ਫਿਰ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਆਪਣਾ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਓ। ਆਪਣੇ ਵੱਲੋਂ ਕਸਰ ਨਾ ਛੱਡੋ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ। ਪਰ ਕਈ ਵਾਰੀ ਕੀ ਹੁੰਦਾ ਹੈ, ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ। ਕਈ ਵਾਰੀ ਸਾਡੇ ਹੱਥ ਜੋਰ ਨਹੀਂ ਹੁੰਦਾ, ਜਿਸ ਹੱਥ ਜੋਰ ਕਰ ਵੇਖੈ ਸੋਏ। ਕਈ ਵਾਰੀ ਕੁਝ ਚੀਜ਼ਾਂ ਉਹਦੇ ਤੇ ਵੀ ਛੱਡਣੀਆਂ ਪੈਂਦੀਆਂ ਨੇ, ਔਰ ਜਿਹਦਾ ਤੁਹਾਡੇ ਕੋਲ ਹੱਲ ਨਹੀਂ ਉਹਦੇ ਤੇ ਛੱਡ ਦਿਓ।
ਹੁਣ ਇਹਨੂੰ ਤੂੰ ਆਪ ਨਜਿੱਠਣਾ ਹੈ। ਬਹੁਤ ਸੁਖਾਲਾ ਹੋ ਜਾਏਗਾ, ਬਹੁਤ ਆਸਾਨ ਹੋ ਜਾਏਗਾ। ਤੋ ਮੈਂ ਬੇਨਤੀ ਕਰ ਰਿਹਾ ਸੀ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖੜੇ, ਭੱਜੈ ਸਭੋ ਆਸਰਾ ਚੁੱਕੈ ਸਭ ਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੀ ਨਾ ਤਾਤੀ ਵਾਓ। ਤਤੀ ਹਵਾ ਵੀ ਤੁਹਾਡੇ ਨੇੜਿਓਂ ਨਹੀਂ ਗੁਜ਼ਰ ਸਕਦੀ। ਕਹਿਣ ਦਾ ਅਰਥ, ਤੂਫਾਨ ਆਉਣਗੇ, ਹਨੇਰੀਆਂ ਆਉਣਗੀਆਂ, ਦੁੱਖ ਤਕਲੀਫਾਂ ਆਉਣਗੀਆਂ, ਪਰ ਜੇਕਰ ਤੁਹਾਡਾ ਸੰਬੰਧ ਕਰਤਾਰ ਨਾਲ ਬਣ ਗਿਆ, ਗੁਰੂ ਨਾਲ ਬਣ ਗਿਆ, ਤੇ ਉਹ ਸਮੱਸਿਆਵਾਂ, ਉਹ ਦਿੱਕਤਾਂ, ਉਹ ਪਰੇਸ਼ਾਨੀਆਂ ਤੁਹਾਨੂੰ ਡੁਲਾਉਣਗੀਆਂ ਨੇ।